ਸਵਾਗਤ ਹੈ ਜੀ ਤੁਹਾਡਾ YouTube ਚੈਨਲ GT ਲਰਨਿੰਗ ਤੇ। ਸੋ ਅੱਜ ਅਸੀਂ ਅਗਲਾ ਮੌਕ ਟੈਸਟ ਲੈ ਕੇ ਆਏ ਹਾਂ। ਸੋ ਅਗਲਾ ਮੌਕ ਟੈਸਟ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਰਿਕੁਐਸਟ ਆ ਕਿ ਜਿਨ੍ਹਾਂ ਨੇ ਇਸ ਚੈਨਲ ਨੂੰ ਹਜੇ ਸਬਸਕ੍ਰਾਈਬ ਨਹੀਂ ਕਰਿਆ ਤਾਂ ਪਲੀਜ਼ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਕਿ ਹਰ ਤਰ੍ਹਾਂ ਦੀ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ। ਚਲੋ ਸ਼ੁਰੂ ਕਰਦੇ ਹਾਂ ਅਸੀਂ। ਸੋ ਸਾਡੇ ਅਗਲੇ ਮੌਕ ਟੈਸਟ ਦਾ ਵਿਸ਼ਾ ਅੱਜ ਹਾਸ਼ਮ ਬਾਰੇ ਪੜ੍ਹਦੇ ਹਾਂ ਅਸੀਂ। ਸੋ ਸਭ ਤੋਂ ਪਹਿਲਾ ਕੁਐਸਚਨ ਹੈ ਜੀ ਹਾਸ਼ਮ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ। ਸੋ ਹਾਸ਼ਮ ਦਾ ਜਨਮ 1753 ਈਸਵੀ ਨੂੰ ਪਿੰਡ ਜਗਦੇਓ ਕਲਾਂ ਅੰਮ੍ਰਿਤਸਰ ਵਿਖੇ ਹੋਇਆ। ਦੇਖੋ ਜੀ ਇਹ ਵੀ ਯਾਦ ਰੱਖੋ ਵੀ ਕੋਈ ਇੱਕ ਕਹਿ ਰਹੇ ਨੇ ਕਿ 1752 ਵਿੱਚ ਹੋਇਆ ਤੇ ਕੋਈ 1753 ਵਿੱਚ ਹੋਇਆ। ਤੇ ਹਾਸ਼ਮ ਦਾ ਜਨਮ ਯਾਦ ਰੱਖਣ ਦਾ ਇੱਕ ਮੈਥਡ ਦੱਸਦਾ ਛੋਟਾ ਜਿਹਾ। ਉਹ ਕੀ ਆ ਕਿ ਅਸੀਂ ਇਸ ਤੋਂ ਪਹਿਲਾਂ ਵਾਰਿਸ ਸ਼ਾਹ ਦਾ ਪੜ੍ਹਿਆ ਸੀਗਾ ਮੌਕ ਟੈਸਟ ਦੇਖਿਆ ਸੀ ਅਸੀਂ ਉਹਦੇ ਵਿੱਚ ਕਿ ਵਾਰਿਸ ਸ਼ਾਹ ਦਾ ਜਨਮ ਕਦੋਂ ਹੋਇਆ ਸੀ 1735 ਈਸਵੀ ਨੂੰ। ਤੇ ਉਹਨੂੰ ਉਲਟ ਕਰ ਲਓ 1753 ਈਸਵੀ ਨੂੰ ਹਾਸ਼ਮ ਦਾ ਜਨਮ ਹੋਇਆ। ਸੋ ਦੋਵੇਂ ਯਾਦ ਹੋ ਜਾਣਗੇ ਜੀ। ਸੋ ਇਸ ਤਰ੍ਹਾਂ ਤੁਸੀਂ ਦੋਵੇਂ ਯਾਦ ਰੱਖ ਸਕਦੇ ਹੋ, ਵਾਰਿਸ ਸ਼ਾਹ ਦਾ ਵੀ ਜਨਮ ਯਾਦ ਰੱਖ ਸਕਦੇ ਹੋ ਤੇ ਹਾਸ਼ਮ ਦਾ ਵੀ ਜਨਮ ਯਾਦ ਰੱਖ ਸਕਦੇ ਹੋ। ਅਗਲਾ ਕੁਐਸਚਨ ਸਾਡੇ ਕੋਲ ਹਾਸ਼ਮ ਦੇ ਪਿਤਾ ਦਾ ਕੀ ਨਾਂ ਸੀ। ਸੋ ਹਾਸ਼ਮ ਦੇ ਪਿਤਾ ਦਾ ਨਾਮ ਸੈयद ਮੁਹੰਮਦ ਹਾਸ਼ਮ ਜਾਂ ਕਾਸਮ ਸ਼ਾਹ। ਸੋ ਦੋ ਕਹਿ ਰਹੇ ਅਲੱਗ-ਅਲੱਗ ਕਹਿ ਰਹੇ ਨੇ ਕਈ ਲੇਖਕ, ਸैयद ਮੁਹੰਮਦ ਹਾਸ਼ਮ ਕਹਿ ਰਹੇ ਨੇ, ਕਈ ਲੇਖਕ ਕਾਸਮ ਸ਼ਾਹ ਕਹਿ ਰਹੇ ਨੇ। ਸੋ ਤੁਸੀਂ ਦੋਵੇਂ ਯਾਦ ਰੱਖਿਓ। ਇਸ ਤੋਂ ਅਗਲਾ ਕੁਐਸਚਨ ਹੈ ਸਾਡੇ ਕੋਲੇ ਹਾਸ਼ਮ ਕਿਸ ਸਦੀ ਦਾ ਕਿੱਸਾਕਾਰ ਹੈ। ਕਿਹੜੀ ਸਦੀ ਦਾ ਕਿੱਸਾਕਾਰ ਹੈ ਜੀ। ਦੇਖੋ 18ਵੀਂ ਸਦੀ ਦਾ 18ਵੀਂ ਸਦੀ ਦਾ ਕਿੱਸਾਕਾਰ ਆ। ਕਿਉਂਕਿ 1753 ਵਿੱਚ ਜਨਮ ਹੋਇਆ, ਮਤਲਬ 17 ਸਦੀਆਂ ਖਤਮ ਹੋ ਗਈਆਂ, 18ਵੀਂ ਸ਼ੁਰੂ ਹੋ ਗਈ ਤਾਂ 18ਵੀਂ ਸਦੀ ਦਾ ਕਿੱਸਾਕਾਰ। ਤੇ ਹੁਣ ਇੱਕ ਨਾਲ ਲਿਖਿਆ ਹੋਇਆ ਕਿ 19ਵੀਂ ਸਦੀ ਦਾ। ਸੋ ਇਹ ਵੀ ਕੁਐਸਚਨ ਆਉਂਦਾ ਵੀ ਜੇ ਤੁਹਾਨੂੰ ਆਉਂਦਾ 18ਵੀਂ 19ਵੀਂ ਸਦੀ ਦਾ, ਕਿਉਂਕਿ ਉਹਨਾਂ ਦਾ ਜਨਮ ਹੋਇਆ ਸੀ 1753 ਦੇ ਵਿੱਚ ਤੇ ਅੰਤਮ ਸਮਾਂ ਹੋਇਆ ਸੀਗਾ ਜਿਹੜਾ ਉਹ 18ਵੀਂ ਸਦੀ ਤੋਂ ਬਾਅਦ ਹੋਇਆ ਸੀ, ਜਿਹੜੀ ਕਿ 1800 ਦੇ ਵਿੱਚ। ਓਕੇ 1800 ਕੁਛ ਦੇ ਵਿੱਚ। ਸੋ ਬਾਅਦ ਦੇਖਦੇ ਹਾਂ ਅਸੀਂ ਕਿੰਨੇ 'ਚ ਹੋਇਆ ਸੀ। ਸੋ ਕਦੋਂ 19ਵੀਂ ਸਦੀ ਬਣ ਜਾਂਦੀ ਆ ਉਹ। ਠੀਕ ਆ ਜੀ। ਇਹ ਵੀ ਜੋ ਹੋਊਗਾ ਵੀ 18ਵੀਂ 19ਵੀਂ ਸਦੀ। ਤੇ ਇੱਕ ਹੋਰ ਜੇ ਪੁੱਛਿਆ ਜਾਂਦਾ ਕਿ ਹਾਸ਼ਮ ਕਿਸ ਦੌਰ ਦਾ ਕਵੀ ਹੈ ਤਾਂ ਉਹ ਤੀਸਰੇ ਦੌਰ ਦਾ ਕਵੀ ਹੈ। ਸੋ ਇੱਕ ਕੁਐਸਚਨ ਦੇ ਵਿੱਚ 3 ਕੁਐਸਚਨ ਬਣਦੇ ਨੇ ਜੀ, ਧਿਆਨ ਰੱਖਿਓ। ਉਸ ਤੋਂ ਬਾਅਦ ਅਗਲਾ ਕੁਐਸਚਨ ਕਰਦੇ ਹਾਂ ਜੀ ਅਸੀਂ 4th ਕੁਐਸਚਨ। ਹਾਸ਼ਮ ਕਿਸ ਮਹਾਰਾਜੇ ਦਾ ਦਰਬਾਰੀ ਕਵੀ ਸੀ। ਸੋ ਹਾਸ਼ਮ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰੀ ਕਵੀ ਸੀ। 5ਵਾਂ ਕੁਐਸਚਨ ਹੈ ਸਾਡਾ ਹਾਸ਼ਮ ਦੇ ਗੁਰੂ ਦਾ ਕੀ ਨਾਮ ਸੀ। ਸੋ ਹਾਸ਼ਮ ਦੇ ਗੁਰੂ ਦਾ ਨਾਮ ਸੰਤ ਮਾਨਕ ਦਾਸ ਜੀ ਸੀ। ਹਾਸ਼ਮ ਦੀਆਂ ਪ੍ਰਮੁੱਖ ਰਚਨਾਵਾਂ ਕਿਹੜੀਆਂ ਨੇ। ਹੁਣ ਦੇਖੋ ਇਹ ਤੁਸੀਂ ਦੇਖਦੇ ਵੀ ਹਾਸ਼ਮ ਨੇ ਕਿਹੜੀਆਂ ਰਚਨਾਵਾਂ ਕੀਤੀਆਂ ਨੇ, ਕੀ ਲਿਖਿਆ ਉਹਨਾਂ ਨੇ, ਕੀ ਰਚਿਆ ਉਹਨਾਂ ਨੇ। ਸੋ ਹਾਸ਼ਮ ਦੀਆਂ ਰਚਨਾਵਾਂ ਦੇਖੋ ਜੀ ਸੱਸੀ ਪੁੰਨੂ, ਸੋਹਣੀ ਮਹੀਵਾਲ, ਸ਼ੀਰੀ ਫਰਹਾਦ, ਹੀਰ ਰਾਂਝੇ ਦੀ ਬਿਰਤੀ, ਦੋੜੇ। ਤੇ ਉਸ ਤੋਂ ਬਾਅਦ ਉਹਨਾਂ ਨੇ ਲਿਖੀਆਂ ਨੇ ਸ਼ੀਰਫੀਆਂ, ਡਿਊਡਾਂ, ਬਾਰਾਂਮਾਹ, ਲੈਲਾ ਮਜਨੂੰ। ਸੋ ਇਹ ਸਾਰਾ ਕੁਝ ਹਾਸ਼ਮ ਨੇ ਲਿਖਿਆ। ਹੁਣ ਇਹਨਾਂ ਬਾਰੇ ਚਰਚਾ ਕਰਾਂਗੇ ਸਾਰੀ। ਹਾਸ਼ਮ ਦੀ ਕਿਹੜੀ ਰਚਨਾ ਜ਼ਿਆਦਾ ਪ੍ਰਸਿੱਧ ਹੋਈ। ਅਸੀਂ ਇਹਨਾਂ 'ਚੋਂ ਪੜ੍ਹਿਆ ਵੀ ਇੰਨੀ ਸਾਰੀ ਰਚਨਾ ਕੀਤੀਆਂ ਉਹਨਾਂ ਨੇ, ਪਰ ਇਹਨਾਂ ਦੇ ਵਿੱਚੋਂ ਸਭ ਤੋਂ ਜਿਹੜੀ ਜ਼ਿਆਦਾ ਰਚਨਾ ਪ੍ਰਸਿੱਧ ਹੋਈ ਹੈ ਕਿਹੜੀ ਹੋਈ ਹੈ ਜੀ। ਉਹ ਕਿੱਸਾ ਸੱਸੀ ਪੁੰਨੂ। ਠੀਕ ਹੈ ਜੀ। ਸੱਸੀ ਪੁੰਨੂ ਦਾ ਕਿੱਸਾ ਉਹ ਬਹੁਤ ਜ਼ਿਆਦਾ ਫੇਮਸ ਹੋਇਆ ਇਹਨਾਂ ਦਾ। ਸੋ ਇਹਦੇ ਵਿੱਚ ਪੁੰਨੂ ਦੇ ਪਿਤਾ ਦਾ ਨਾਂ ਕੀ ਸੀ। ਪੁੰਨੂ ਦੇ ਪਿਤਾ ਦਾ ਨਾਂ ਹੋਤ ਅਲੀ। ਸੱਸੀ ਦਾ ਸ਼ਹਿਰ ਕਿਹੜਾ ਸੀ। ਸੱਸੀ ਦਾ ਸ਼ਹਿਰ ਸੀ ਭੰਬੋਰ। ਸੋ ਆਮ ਕੁਐਸਚਨ ਨੇ ਤੁਹਾਨੂੰ ਆਉਂਦੇ ਹੋਣੇ, ਪਰ ਫਿਰ ਵੀ ਅਸੀਂ ਕਈ ਵਾਰ ਟਫ ਚੀਜ਼ ਯਾਦ ਰੱਖ ਲੈਂਦੇ ਹਾਂ ਅਤੇ ਸਿੰਪਲ ਇਗਨੋਰ ਕਰ ਜਾਂਦੇ ਹਾਂ। ਸੋ ਤਾਂ ਕਰਕੇ ਅਸੀਂ ਇਹ ਸਿੰਪਲ ਕੁਐਸਚਨ ਵੀ ਲਏ ਨੇ। ਸੱਸੀ ਦਾ ਸ਼ਹਿਰ ਕਿਹੜਾ ਸੀ ਭੰਬੋਰ। ਪੁੰਨੂ ਦਾ ਸ਼ਹਿਰ ਕਿਹੜਾ ਸੀ ਜੀ ਕੇਚਮ। ਉਸ ਤੋਂ ਅਗਲਾ ਕੁਐਸਚਨ ਸਾਡਾ 11ਵਾਂ ਇੰਪੋਰਟੈਂਟ ਕੁਐਸਚਨ ਆ ਬਹੁਤ। ਹਾਸ਼ਮ ਦੀ ਕਿਸ ਰਚਨਾ ਨੂੰ ਦਰਿਆਏ ਹਕੀਕਤ ਕਿਹਾ ਜਾਂਦਾ। ਹਾਸ਼ਮ ਦੇ ਦੋੜਿਆਂ ਨੂੰ ਯਾਦ ਰੱਖੋ ਜੀ, ਉਹਨਾਂ ਦੇ ਦੋੜਿਆਂ ਨੂੰ ਦਰਿਆਏ ਹਕੀਕਤ ਦਾ ਨਾਮ ਦਿੱਤਾ ਜਾਂਦਾ। ਉਸ ਤੋਂ ਬਾਅਦ ਅਗਲਾ ਕੁਐਸਚਨ ਆਈ 12ਵਾਂ ਹਾਸ਼ਮ ਨੇ ਸੱਸੀ ਕਾਹਦੀ ਲਿਖੀ। ਘਰ ਘਰ ਬਿਰਹਾ ਦਾ ਮੁਆਤਾ ਲਾ ਦਿੱਤਾ। ਸੋ ਜਿਹੜੇ ਇਹ ਰਚਨਾਵਾਂ ਇਹ ਕਥਨ ਨੇ ਕਿਸ ਦੇ ਹਨ ਦੱਸੋ ਜੀ। ਜੇ ਤੁਹਾਨੂੰ ਪਤਾ
ਤਾਂ ਤੁਸੀਂ ਦੱਸ ਸਕਦੇ ਹੋ ਵੀ ਇਹ ਕਥਨ ਕਿਸ ਦੇ ਹਨ। ਸੋਚ ਲਓ ਜੇ ਤੁਹਾਨੂੰ ਯਾਦ ਹੋਵੇ ਵੀ ਹਾਸ਼ਮ ਨੇ ਸੱਸੀ ਕਾਹਦੀ ਲਿਖੀ, ਘਰ ਘਰ ਬਿਰਹਾ ਦਾ ਮੁਆਤਾ ਲਾ ਦਿੱਤਾ। ਨਹੀਂ ਯਾਦ ਆ ਰਿਹਾ, ਚਲੋ ਜੇ ਨਹੀਂ ਯਾਦ ਆ ਰਿਹਾ, ਜੇ ਯਾਦ ਆ ਰਿਹਾ ਤਾਂ ਬਹੁਤ ਵਧੀਆ ਗੱਲ ਆ, ਜੇ ਨਹੀਂ ਯਾਦ ਆ ਰਿਹਾ ਤਾਂ ਦੱਸ ਦਿੰਦੇ ਹਾਂ। ਸੋ ਬਾਬਾ ਬੁੱਧ ਸਿੰਘ, ਬਾਬੇ ਨਾਲ ਪੈਣਾ ਸੀ ਬੱਬਾ, ਅਗਲਾ ਬਾਬਾ ਪੈਣਾ ਸੀ ਬਾਬਾ ਬੁੱਧ ਸਿੰਘ ਦੇ। ਸੋ ਇਹ ਕਥਨ ਕਿਹਦੇ ਨੇ, ਬਾਬਾ ਬੁੱਧ ਸਿੰਘ ਦੇ। ਕਿਹੜੀ, ਜਿਹੜੀ ਉਹਨਾਂ ਨੇ ਪੁਸਤਕ ਲਿਖੀ ਸੀ ਬੰਬੀਹਾ ਬੋਲ। ਸੋ ਉਹ ਪੁਸਤਕ ਦੇ ਵਿੱਚੋਂ ਇਹ ਜਿਹੜੇ ਸ਼ਬਦ ਨੇ ਉਹ ਲਏ ਗਏ ਨੇ। ਠੀਕ ਹੈ ਜੀ, ਯਾਦ ਰੱਖਿਓ। ਉਸ ਤੋਂ ਬਾਅਦ ਅਗਲਾ ਕੁਐਸਚਨ ਆ 13ਵਾਂ, ਹਾਸ਼ਮ ਦੀ ਸੱਸੀ ਦੇ ਕਿੰਨੇ ਬੰਦ ਹਨ। ਸੋ ਮੋਸਟ ਇੰਪੋਰਟੈਂਟ ਕੁਐਸਚਨ ਹੈ ਸਾਡਾ, ਹਾਸ਼ਮ ਦੀ ਸੱਸੀ ਦੇ ਕਿੰਨੇ ਬੰਦ ਹਨ। 126 ਬੰਦ। ਹਾਸ਼ਮ ਨੇ ਜਿਹੜੀ ਸੱਸੀ ਲਿਖੀ ਆ ਉਹ ਕੋਈ ਜ਼ਿਆਦਾ ਬਹੁਤ ਵੱਡੀ ਲਿਖੀ, ਥੋੜ੍ਹੀ ਲਿਖੀ ਆ, ਸੰਖੇਪ ਰਚਨਾ ਕੀਤੀ ਆ। ਸੋ ਤਾਂ ਕਰਕੇ ਉਹਦੇ ਬੰਦ ਥੋੜ੍ਹੇ ਨੇ, 126 ਕੁ ਬੰਦ ਹੀ ਨੇ ਉਹਨਾਂ ਦੇ। ਠੀਕ ਹੈ ਜੀ, ਅੱਗੇ ਪੜ੍ਹਦੇ ਹਾਂ ਅਸੀਂ। ਅਗਲਾ ਕੁਐਸਚਨ ਸਾਡਾ, ਹਾਸ਼ਮ ਨੇ ਕਿੱਸਾ ਸੱਸੀ ਪੁੰਨੂ ਕਿਸ ਛੰਦ ਵਿੱਚ ਲਿਖਿਆ। ਸੋ ਕਿਹੜੇ ਛੰਦ ਵਿੱਚ ਲਿਖਿਆ ਜੀ, ਮੋਸਟ ਇੰਪੋਰਟੈਂਟ ਕੁਐਸਚਨ ਹੈ ਇਹ। ਸੱਸੀ ਪੁੰਨੂ ਦਾ ਕਿੱਸਾ ਜਿਹੜਾ ਉਹ ਕਿਹੜੇ ਛੰਦ ਵਿੱਚ ਲਿਖਿਆ, ਦਵਈਆ ਛੰਦ ਵਿੱਚ। ਠੀਕ ਹੈ, ਯਾਦ ਰੱਖਿਓ। ਉਸ ਤੋਂ ਬਾਅਦ ਅਗਲਾ 15ਵਾਂ ਕੁਐਸਚਨ ਹੈ ਸਾਡਾ, ਹਾਸ਼ਮ ਤੋਂ ਪਹਿਲਾਂ ਸੱਸੀ ਪੁੰਨੂ ਹੋਰ ਕਿਸ ਨੇ ਲਿਖਿਆ। ਸੋ ਸੱਸੀ ਪੁੰਨੂ ਦਾ ਕਿੱਸਾ ਹਾਸ਼ਮ ਤੋਂ ਪਹਿਲਾਂ ਕਿਹਨੇ ਲਿਖਿਆ। ਸੋ ਇਹ ਕੁਐਸਚਨ ਬਹੁਤ ਵਾਰ ਬਣ ਚੁੱਕਿਆ ਇਸ ਤਰ੍ਹਾਂ ਦਾ, ਇਸ ਤੋਂ ਪਹਿਲਾਂ ਕਿਹਨੇ ਲਿਖਿਆ, ਇਸ ਤੋਂ ਪਹਿਲਾਂ ਕਿਹਨੇ ਲਿਖਿਆ। ਸੋ ਧਿਆਨ ਨਾਲ ਯਾਦ ਰੱਖ ਲਿਓ ਉਹਨੂੰ। ਸੋ ਹਾਸ਼ਮ ਤੋਂ ਪਹਿਲਾਂ ਹਾਫਿਜ਼ ਬਰਖੁਰਦਾਰ, ਸੁੰਦਰਦਾਸ ਆਰਾਮ ਤੇ ਅਹਿਮਦ ਯਾਰ ਆਦਿ ਨੇ ਸੱਸੀ ਪੁੰਨੂ ਦਾ ਕਿੱਸਾ ਹਾਸ਼ਮ ਤੋਂ ਪਹਿਲਾਂ ਲਿਖਿਆ। ਠੀਕ ਹੈ ਜੀ। ਉਹਦੇ ਬਾਅਦ 16ਵਾਂ ਕੁਐਸਚਨ ਆ ਸਾਡਾ, ਸੱਸੀ ਪੁੰਨੂ ਦੋਸਤੀ ਹੋਈ ਜਾਤ ਅਜਾਤੀ ਉਪਰੋਕਤ ਕਾਵ ਸਤਰ ਕਿਸ ਦੀ ਹੈ। ਸੋ ਇੱਕ ਤੁਹਾਨੂੰ ਸਤਰ ਦਿੱਤੀ ਗਈ ਹੈ, ਇੱਕ ਲਾਈਨ ਦਿੱਤੀ ਗਈ ਹੈ, ਸੱਸੀ ਪੁੰਨੂ ਦੋਸਤੀ ਹੋਈ ਜਾਤ ਅਜਾਤੀ। ਸੋ ਇਹ ਸਤਰ ਕਿਹਦੀ ਆ, ਕਿਹਦੀ ਹੈ ਜੀ ਇਹ। ਦੇਖੋ ਤੁਹਾਡੇ ਦਿਮਾਗ ਦੇ ਵਿੱਚ ਆ ਰਿਹਾ ਹੋਣਾ ਵੀ ਇਹ ਸਤਰ ਕਿਹਦੀ ਆ, ਹਾਸ਼ਮ ਸ਼ਾਹ ਦੀ। ਪਰ ਨਹੀਂ ਜੀ, ਇਹ ਹਾਸ਼ਮ ਦੀ ਇਹ ਨਹੀਂ ਹੈਗੀ ਸਤਰ। ਇਹ ਸਤਰ ਕਿਹਦੀ ਆ, ਭਾਈ ਗੁਰਦਾਸ ਜੀ ਦੀ। ਇਹ ਜਾਣ ਕੇ ਸਤਰ ਲਿਆ ਸੀ। ਠੀਕ ਹੈ ਜੀ, ਕਿਉਂਕਿ ਸਾਨੂੰ ਨਹੀਂ ਇਸ ਤਰ੍ਹਾਂ ਰਹਿੰਦਾ, ਕਿਉਂਕਿ ਮੌਕ ਟੈਸਟ ਕਰ ਰਹੇ ਹਾਂ, ਜੇ ਇਹਦਾ ਕਰ ਰਹੇ ਤਾਂ ਪਤਾ ਵੀ ਹਾਸ਼ਮ ਦੀ ਹੋਊ, ਪਰ ਜਦੋਂ ਪੇਪਰ 'ਚ ਆਉਂਦਾ ਉੱਥੇ ਕਨਫਿਊਜ਼ ਹੋ ਜਾਂਦੇ ਆ। ਠੀਕ ਹੈ, ਸੋ ਇਹ ਸਤਰ ਹੈ ਭਾਈ ਗੁਰਦਾਸ ਜੀ ਦੀ। ਭਾਈ ਗੁਰਦਾਸ ਜੀ ਨੇ ਵੀ ਸੱਸੀ ਪੁੰਨੂ ਬਾਰੇ ਕੁਛ ਨਾ ਕੁਛ ਗੱਲ ਕਰੀ ਸੀ। 17ਵਾਂ ਕੁਐਸਚਨ ਹੈ ਸਾਡਾ, ਹਾਸ਼ਮ ਨੇ ਆਪਣੇ ਕਿੱਸੇ ਸੱਸੀ ਪੁੰਨੂ ਵਿੱਚ ਕਿੰਨੇ ਅਤੇ ਕਿਹੜੇ ਦਰਿਆਵਾਂ ਦਾ ਜ਼ਿਕਰ ਕੀਤਾ। ਠੀਕ ਹੈ ਜੀ, ਹਾਸ਼ਮ ਨੇ ਆਪਣੇ ਕਿੱਸੇ ਸੱਸੀ ਪੁੰਨੂ ਵਿੱਚ ਕਿੰਨੇ ਅਤੇ ਕਿਹੜੇ ਦਰਿਆਵਾਂ ਦਾ ਜ਼ਿਕਰ ਕੀਤਾ। ਕਿੰਨੇ ਦਰਿਆਵਾਂ ਦਾ ਜ਼ਿਕਰ ਕੀਤਾ ਜੀ, 2 ਦਰਿਆਵਾਂ ਦਾ ਜ਼ਿਕਰ ਕੀਤਾ। ਕਿਹੜੇ ਕਿਹੜੇ, ਪਹਿਲਾ ਪਾਣੀ ਦਾ ਦਰਿਆ, ਜਿਸ ਵਿੱਚ ਸੱਸੀ ਨੂੰ ਸੰਦੂਖ ਵਿੱਚ ਪਾ ਕੇ ਰੋੜ ਦਿੱਤਾ ਜਾਂਦਾ ਤੇ ਜਿਹੜਾ ਧੋਬੀ ਸੀ ਉਹਨੂੰ ਮਿਲ ਜਾਂਦੀ, ਉਹਨੂੰ ਪਾਲ ਪੋਸ ਕੇ ਵੱਡੀ ਕਰ ਲੈਂਦਾ ਹੈ ਨਾ ਜੀ। ਸੋ ਇਸ ਤਰ੍ਹਾਂ ਦੀ ਸਟੋਰੀ ਸੀ, ਤੁਹਾਨੂੰ ਪਤਾ ਹੀ ਹੋਣਾ, ਪੜ੍ਹ ਲਿਓ। ਤੇ ਦੂਜਾ ਦਰਿਆ ਕਿਹਦੀ ਗੱਲ ਕੀਤੀ ਆ, ਆਤਿਸ਼, ਜਾਣੀ ਕਿ ਅੱਗ ਦਾ ਦਰਿਆ, ਜਿਹਦੇ ਵਿੱਚ ਸੱਸੀ ਸੜ ਭੁੱਜ ਕੇ ਮਰ ਜਾਂਦੀ ਹੈ, ਮਤਲਬ ਮਾਰੂਥਲ। ਅੱਗ ਦਾ ਦਰਿਆ ਕਿਹੜਾ, ਮਾਰੂਥਲ ਦਾ ਦਰਿਆ। ਠੀਕ ਹੈ ਜੀ, ਮਾਰੂਥਲ ਨੂੰ ਕਿਹਾ ਗਿਆ ਅੱਗ ਦਾ ਦਰਿਆ, ਜਿੱਥੇ ਉਹਦਾ ਅੰਤਮ ਸਮਾਂ ਹੁੰਦਾ ਸੱਸੀ ਦਾ। ਸੋ 2 ਦਰਿਆਵਾਂ ਦੀ ਗੱਲ ਕੀਤੀ ਆ ਆਪਣੇ ਕਿੱਸੇ ਦੇ ਵਿੱਚ। 18ਵਾਂ ਕਿੱਸਾ ਹੈ ਜੀ, ਹਾਸ਼ਮ ਨੇ ਬਾਕੀ ਕਿੱਸਾਕਾਰਾਂ ਨਾਲੋਂ ਸਭ ਤੋਂ ਪਹਿਲਾਂ ਕਿਹੜਾ ਕਿੱਸਾ ਲਿਖਿਆ ਜੀ। ਸੋ ਮਤਲਬ ਹਾਸ਼ਮ ਨੇ ਕਿਹੜਾ ਕਿੱਸਾ ਸਭ ਤੋਂ ਪਹਿਲਾਂ ਲਿਖਿਆ। ਬਾਕੀ ਦੇਖੋ ਇੱਕ ਕਿੱਸਾ ਹੁੰਦਾ ਉਹਨੂੰ ਬਾਕੀ ਵੀ ਕਿੱਸਾਕਾਰ ਲਿਖਦੇ ਰਹਿੰਦੇ ਨੇ, ਪਰ ਸਭ ਤੋਂ ਸ਼ੁਰੂਆਤ ਕੌਣ ਕਰਦਾ ਉਹ ਦੇਖਣਾ ਸੀ। ਸੋ ਇਸੇ ਤਰ੍ਹਾਂ ਦੇਖਣਾ ਵੀ ਹਾਸ਼ਮ ਨੇ ਪਹਿਲਾ ਕਿੱਸਾ ਕਿਹੜਾ ਲਿਖਿਆ ਬਾਕੀ ਕਿੱਸਾਕਾਰਾਂ ਨਾਲੋਂ। ਸੋ ਕਿਹੜਾ ਜੀ, ਸੋਹਣੀ ਮਹੀਵਾਲ ਦਾ। ਸੋ ਸੋਹਣੀ ਮਹੀਵਾਲ ਦਾ ਇਹ ਵੀ ਆ ਸਕਦਾ ਸਭ ਤੋਂ ਪਹਿਲਾਂ ਸੋਹਣੀ ਮਹੀਵਾਲ ਦਾ ਕਿੱਸਾ ਕਿਸ ਨੇ ਲਿਖਿਆ, ਉਹ ਹਾਸ਼ਮ ਨੇ ਲਿਖਿਆ। ਸੋ ਸੋਹਣੀ ਮਹੀਵਾਲ ਦੇ ਕਿੱਸੇ ਦੇ ਕਿੰਨੇ ਬੰਦ ਹਨ, 151 ਬੰਦ। ਇਹ ਵੀ ਨਾਲ ਯਾਦ ਰੱਖਿਓ। ਦੇਖੋ ਜੀ, ਜ਼ਿਆਦਾ ਕੁਐਸਚਨ ਬਣਾਉਂਦਾ ਮੈਂ ਚਾਹੁੰਦਾ ਹੁੰਦਾ ਵੀ ਕੁਐਸਚਨ ਘੱਟ ਤੋਂ ਘੱਟ ਬਣ ਤੇ ਇੱਕ ਕੁਐਸਚਨ ਦੇ ਵਿੱਚ 3-3 4-4 ਦੇ ਆਨਸਰ ਹੋਣ, ਤਾਂ ਕਿ ਯਾਦ ਰੱਖਣਾ ਸੌਖਾ ਹੋ ਜੇ। ਠੀਕ ਹੈ ਜੀ, ਚਲੋ ਜੀ ਅਗਲਾ ਕੁਐਸਚਨ ਦੇਖਦੇ ਹਾਂ ਅਸੀਂ। ਚਲੋ ਕੁਐਸਚਨ ਦੇਖਣ ਤੋਂ ਪਹਿਲਾਂ ਅਸੀਂ ਦੇਖਦੇ ਹਾਂ, ਠੀਕ ਹੈ, ਵੀ ਉਹਨੇ ਸਭ ਤੋਂ ਪਹਿਲਾਂ ਸੋਹਣੀ ਮਹੀਵਾਲ ਦਾ ਕਿੱਸਾ ਲਿਖਿਆ ਤੇ ਉਹਨੂੰ ਆਪ ਕਹਿ ਰਿਹਾ। ਕਿਵੇਂ ਕਹਿ ਰਿਹਾ ਦੇਖੋ, ਇੱਕ ਦਿਨ ਸ਼ੋਕ ਸਮੇਂ ਜਗਦੇਈ ਬੈਠਿਆਂ ਵਿੱਚ ਮਸੀਤੀ, ਯਾਰਾਂ ਦਰਦਮੰਦਾ ਫਰਮਾਇਸ਼ ਨਾਲ ਮੁਹੱਬਤ ਕੀਤੀ, ਸੋਹਣੀ ਤੇ ਮਹੀਵਾਲ ਬਣਾਓ ਨਾਲ ਉਹਨਾਂ ਜੋ ਬੀਤੀ, ਹਾਸ਼ਮ ਕੌਣ ਕਿਥਾਊ ਆਹੇ ਕਿਸੇ ਨਾ ਜ਼ਾਹਿਰ ਕੀਤੀ।
ਠੀਕ ਹੈ ਨਾ, ਹਾਸ਼ਮ ਤੋਂ ਬਿਨਾਂ ਹੋਰ ਕਿਸੇ ਨੇ ਨਹੀਂ ਜ਼ਾਹਰ ਕੀਤੀ। ਉਹ ਦੱਸ ਰਿਹਾ ਵੀ ਸਭ ਤੋਂ ਪਹਿਲਾਂ ਸੋਹਣੀ ਮਹੀਵਾਲ ਦਾ ਕਿੱਸਾ ਹਾਸ਼ਮ ਨੇ ਲਿਖਿਆ, ਉਹਨੇ ਆਪ ਨੇ ਲਿਖਿਆ, ਖੁਦ ਲਿਖਿਆ ਉਹਨੇ। ਠੀਕ ਹੈ ਜੀ, ਸੋ ਇਹ ਵੀ ਯਾਦ ਰੱਖਿਓ। ਨਾਲੇ ਤੁਹਾਨੂੰ ਇਹਦੇ ਨਾਲ ਇੱਕ ਹੋਰ ਫਾਇਦਾ ਇਹ ਹੋ ਜਾਣਾ ਵੀ ਇਹ ਜਿਹੜੀਆਂ ਸਤਰਾਂ ਨੇ ਕਾਵਿ ਸਤਰਾਂ ਤੁਹਾਨੂੰ ਪਤਾ ਲੱਗ ਜਾਣੀਆਂ, ਯਾਦ ਹੋ ਜਾਣਗੀਆਂ ਵੀ ਇਹ ਕਾਵਿ ਸਤਰਾਂ ਸੋਹਣੀ ਮਹੀਵਾਲ ਦੇ ਕਿੱਸੇ ਵਿੱਚੋਂ ਨੇ। ਓਕੇ ਜੀ, ਸੋ ਇੱਕ ਕੁਐਸਚਨ ਸਾਡਾ 2-3 ਆਨਸਰਾਂ ਨੂੰ ਕਵਰ ਕਰ ਰਿਹਾ। ਅਗਲਾ ਕੁਐਸਚਨ ਦੇਖਦੇ ਹਾਂ ਅਸੀਂ, ਹਾਸ਼ਮ ਨੇ ਸੋਹਣੀ ਮਹੀਵਾਲ ਦਾ ਕਿੱਸਾ ਕਿਸ ਛੰਦ ਵਿੱਚ ਲਿਖਿਆ? ਸੋ ਕਿਹੜੇ ਛੰਦ ਵਿੱਚ ਲਿਖਿਆ? ਦਵਈਆ ਛੰਦ ਵਿੱਚ। ਠੀਕ ਹੈ ਜੀ, ਸੱਸੀ ਪੁੰਨੂ ਵੀ ਦਵਈਆ ਛੰਦ ਵਿੱਚ ਤੇ ਸੋਹਣੀ ਮਹੀਵਾਲ ਦਾ ਕਿੱਸਾ ਵੀ ਦਵਈਆ ਛੰਦ ਵਿੱਚ ਲਿਖਿਆ, ਦੋਵੇਂ ਯਾਦ ਰੱਖ ਲਿਓ। ਸੋ 20ਵਾਂ ਕੁਐਸਚਨ ਸਾਡਾ, ਸ਼ੀਰੀ ਫਰਹਾਦ ਦਾ ਕਿੱਸਾ ਸਭ ਤੋਂ ਪਹਿਲਾਂ ਕਿਸ ਨੇ ਲਿਖਿਆ? ਹਾਂਜੀ, ਹੁਣ ਸ਼ੀਰੀ ਫਰਹਾਦ ਦਾ ਕਿੱਸਾ ਸਭ ਤੋਂ ਪਹਿਲਾਂ ਕਿਹਨੇ ਲਿਖਿਆ? ਤਾਂ ਤੁਹਾਡੇ ਦਿਮਾਗ ਦੇ ਵਿੱਚ ਆ ਰਿਹਾ ਕਿਹੜਾ? ਹਾਸ਼ਮ, ਕਿਉਂਕਿ ਤੁਸੀਂ ਹਾਸ਼ਮ ਦਾ ਮੌਕ ਟੈਸਟ ਕਰ ਰਹੇ ਆ ਤਾਂ ਸਾਨੂੰ ਹਾਸ਼ਮ ਦਿਮਾਗ 'ਚ ਆਈ ਗਿਆ ਹੋਣਾ। ਪਰ ਕੀ ਆ, ਕਈ ਵਾਰ ਜਦੋਂ ਅਸੀਂ ਐਗਜ਼ਾਮ ਦੇ ਵਿੱਚ ਬੈਠੇ ਹੁੰਦੇ ਹਾਂ ਉੱਥੇ ਨਹੀਂ ਸਾਡੇ ਦਿਮਾਗ ਦੇ ਵਿੱਚ ਆਉਂਦਾ ਵੀ ਕਿਹਨੇ ਲਿਖਿਆ। ਠੀਕ ਹੈ ਜੀ, ਸੋ ਇਹ ਲਿਖਿਆ ਹਾਸ਼ਮ ਨਹੀਂ ਆ ਤੇ ਇਸ ਕਿੱਸੇ ਦੇ 513 ਬੰਦ ਨੇ ਤੇ ਇਹਦੇ ਵਿੱਚ 2 ਤੁਕੀਏ ਛੰਦ ਦਾ ਪ੍ਰਯੋਗ ਕੀਤਾ ਗਿਆ। ਹੁਣ ਦੇਖੋ, ਹਾਸ਼ਮ ਨੇ 2 ਕਿੱਸੇ ਸਭ ਤੋਂ ਪਹਿਲਾਂ ਲਿਖੇ ਨੇ, ਕਿਹੜੇ ਕਿਹੜੇ? ਸ਼ੀਰੀ ਫਰਹਾਦ ਤੇ ਸੋਹਣੀ ਮਹੀਵਾਲ, ਯਾਨੀ ਕਿ ਸੱਸੇ ਵਾਲੇ ਦੋਵੇਂ, ਸੱਸਾ ਸ਼ੀਰੀ ਫਰਹਾਦ, ਸੱਸਾ ਸੋਹਣੀ ਮਹੀਵਾਲ। ਸੋ ਹਾਸ਼ਮ ਨੇ ਦੋਵੇਂ ਕਿੱਸੇ ਸਭ ਤੋਂ ਪਹਿਲਾਂ ਲਿਖੇ ਨੇ। ਓਕੇ, ਯਾਦ ਰੱਖ ਲਿਓ। ਅਗਲਾ ਕੁਐਸਚਨ ਹੈ ਸਾਡਾ 21ਵਾਂ ਕੁਐਸਚਨ ਆ, ਹਾਸ਼ਮ ਦੇ ਕਿੱਸੇ ਸ਼ੀਰੀ ਫਰਹਾਦ ਨੂੰ ਕੌਣ ਉੱਚ ਕੋਟੀ ਦਾ ਕਿੱਸਾ ਮੰਨਦਾ ਹੈ? ਸੋ ਉਹਨੂੰ ਦੇਖਿਆ ਗਿਆ ਵੀ ਕਿਹੜਾ ਕਿੱਸਾ ਵਾ ਜਿਹੜਾ ਸ਼ੀਰੀ ਫਰਹਾਦ ਦਾ ਕਿੱਸਾ ਹਾਸ਼ਮ ਦਾ, ਉਹਨੂੰ ਉੱਚ ਕੋਟੀ ਦਾ ਕਿਹਨੇ ਮੰਨਿਆ? ਥੋੜ੍ਹਾ ਜਿਹਾ ਬੱਚੇ ਗਲਤ ਕਿਹਾ ਗਿਆ ਸੀ ਕੁਛ। ਠੀਕ ਹੈ ਜੀ, ਹਾਸ਼ਮ ਦੇ ਕਿੱਸੇ ਸ਼ੀਰੀ ਫਰਹਾਦ ਨੂੰ ਕੌਣ ਉੱਚ ਕੋਟੀ ਦਾ ਕਿੱਸਾ ਮੰਨਦਾ ਹੈ? ਕੌਣ ਮੰਨਦਾ ਜੀ? ਦੱਸੋ, ਜੇ ਦਿਮਾਗ 'ਚ ਹੈ ਕੁਛ ਜਾਂ ਪੜ੍ਹਿਆ ਹੋਇਆ, ਕਈ ਵਾਰ ਦਿਮਾਗ 'ਚ ਹੁੰਦਾ ਆਪਣੇ, ਯਾਦ ਹੁੰਦਾ ਕੁਛ। ਸੋ ਕੌਣ ਮੰਨਦਾ ਜੀ? ਸੰਤ ਸਿੰਘ ਸੇਖੋਂ। ਸੋ ਸੰਤ ਸਿੰਘ ਸੇਖੋਂ ਨੇ ਉਹ ਹਾਸ਼ਮ ਦੇ ਇਸ ਕਿੱਸੇ ਨੂੰ ਉੱਚ ਕੋਟੀ ਦਾ ਕਿੱਸਾ ਕਹਿੰਦੇ ਨੇ। ਪਰ ਬਾਕੀ ਕਿੱਸਾਕਾਰਾਂ ਨੇ ਨਾ ਕਰਤੀ ਵੀ ਉਹਨਾਂ ਦਾ ਸਭ ਤੋਂ ਉੱਚ ਕੋਟੀ ਦਾ ਕਿੱਸਾ ਕਿਹੜਾ ਮੰਨਿਆ ਗਿਆ? ਉਹਨਾਂ ਨੇ ਸੱਸੀ ਪੁੰਨੂ ਨੂੰ ਮੰਨਿਆ। ਉਸ ਤੋਂ ਬਾਅਦ ਅਗਲਾ ਕੁਐਸਚਨ ਹੈ ਸਾਡਾ 22ਵਾਂ ਕੁਐਸਚਨ, ਕਾਮਲ ਸ਼ੋਕ ਮਾਹੀ ਦਾ ਮੈਨੂੰ ਨਿੱਤ ਰਹੇ ਜਿਗਰ ਵਿੱਚ ਵਸਦਾ, ਲੂਲੂ ਰੁਸਦਾ, ਰਾਂਝਣ ਬੇਪਰਵਾਹੀ ਕਰਦਾ ਤੇ ਕੋਈ ਗੁਨਾਹ ਨਾ ਦੱਸਦਾ, ਉੱਠ ਉੱਠ ਨੱਸਦਾ। ਸੋ ਇਹ ਕਾਵਿ ਸਤਰਾਂ ਨੇ। ਸੋ ਕੋਸ਼ਿਸ਼ ਕੀਤੀ ਗਿਆ ਵੀ ਕਾਵਿ ਸਤਰਾਂ ਉਹ ਲੈ ਕੇ ਆਈਏ ਜਿਹੜੀਆਂ ਇੰਪੋਰਟੈਂਟ ਨੇ। ਸੋ ਉਹੀ ਕਾਵਿ ਸਤਰਾਂ ਲੈ ਕੇ ਆਏ ਹੋਏ ਆ ਜੀ, ਉਹੀ ਅਸੀਂ ਇਹਦੇ ਵਿੱਚ ਲੈ ਕੇ ਆਏ ਤਾਂ ਸਾਨੂੰ ਯਾਦ ਵੀ ਰਹਿ ਜਾਣ ਤੇ ਪਤਾ ਵੀ ਲੱਗ ਜੇ ਉਹ ਹੈ ਕੀ ਨੇ। ਸੋ ਦੁਬਾਰਾ ਪੜ੍ਹਦੇ ਆ, ਕਾਮਲ ਸ਼ੋਕ ਮਾਹੀ ਦਾ ਮੈਨੂੰ ਨਿੱਤ ਰਹੇ ਜਿਗਰ ਵਿੱਚ ਵਸਦਾ, ਲੂਲੂ ਰੁਸਦਾ, ਰਾਂਝਣ ਬੇਪਰਵਾਹੀ ਕਰਦਾ ਤੇ ਕੋਈ ਗੁਨਾਹ ਨਾ ਦੱਸਦਾ, ਉੱਠ ਉੱਠ ਨੱਸਦਾ। ਸੋ ਉਪਰੋਕਤ ਕਾਵਿ ਪੰਕਤੀਆਂ ਹਾਸ਼ਮ ਦੇ ਕਿਸ ਕਾਵਿ ਕਲਾ ਵਿੱਚੋਂ ਹਨ? ਹਾਂਜੀ, ਸਾਨੂੰ ਪਤਾ ਵੀ ਹਾਸ਼ਮ ਨੇ ਕਾਫੀ ਕੁਝ ਲਿਖਿਆ। ਠੀਕ ਹੈ ਜੀ, ਸੋ ਪਹਿਲਾਂ ਪੜ੍ਹਿਆ ਸੀ ਅਸੀਂ ਵੀ ਕਿਹੜੀ ਰਚਨਾਵਾਂ ਨੇ ਉਹਨਾਂ ਦੀਆਂ। ਸੋ ਉਹ ਦੇਖਣਾ ਵੀ ਹੁਣ ਇਹ ਕਾਵਿ ਪੰਕਤੀਆਂ ਨੇ ਉਹਦੀ ਕਿਹੜੀ ਕਾਵਿ ਕਲਾ ਚੋਂ ਨੇ, ਕਿਹੜੀ ਰਚਨਾਵਾਂ ਵਿੱਚੋਂ ਨੇ। ਸੋ ਕਿਹੜੀ ਰਚਨਾ ਚੋਂ? ਇਹ ਡਿਊਡਾਂ ਵਿੱਚੋਂ। ਸੋ ਜੋ ਉਹਨੇ ਡਿਊਡ ਲਿਖੇ ਨੇ ਉਹਦੇ ਵਿੱਚੋਂ ਇਹ ਕਾਵਿ ਸਤਰਾਂ ਅਸੀਂ ਲਈਆਂ ਨੇ। ਓਕੇ ਜੀ, ਸੋ ਯਾਦ ਰੱਖਿਓ ਉਹਨੂੰ ਵੀ। ਅਗਲਾ ਕੁਐਸਚਨ ਜੀ, ਸਰ ਰਿਚਰਡ ਟੈਂਪਲ ਨੇ ਹਾਸ਼ਮ ਦੇ ਕਿਸ ਕਿੱਸੇ ਨੂੰ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ? ਹਾਂਜੀ, ਸਰ ਰਿਚਰਡ ਟੈਂਪਲ ਨੇ ਹਾਸ਼ਮ ਦੇ, ਠੀਕ ਹੈ, ਤੁਹਾਨੂੰ ਇਹ ਵੀ ਪਤਾ ਵੀ ਸਰ ਰਿਚਰਡ ਟੈਂਪਲ ਨੇ ਪਹਿਲਾਂ ਕਿਹੜੇ ਕਿੱਸੇ ਨੂੰ ਇੰਗਲਿਸ਼ ਵਿੱਚ ਲਿਖਿਆ ਤੇ ਹੁਣ ਉਹਨਾਂ ਨੇ ਹਾਸ਼ਮ ਦੇ ਕਿਹੜੇ ਕਿੱਸੇ ਨੂੰ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ। ਜੇ ਤੁਹਾਨੂੰ ਇਹ ਨਹੀਂ ਪਤਾ ਵੀ ਸਰ ਰਿਚਰਡ ਟੈਂਪਲ ਨੇ ਹੋਰ ਕਿਹੜਾ ਕਿੱਸਾ ਇੰਗਲਿਸ਼ 'ਚ ਅਨੁਵਾਦ ਕੀਤਾ, ਮਤਲਬ ਇੰਗਲਿਸ਼ ਦੇ ਵਿੱਚ ਲਿਖ ਕੇ ਆਏ ਨੇ, ਤਾਂ ਮੇਰੇ ਮੌਕ ਟੈਸਟ ਦੇਖ ਲਿਓ, ਉਹਨਾਂ 'ਚ ਤੁਹਾਨੂੰ ਪਤਾ ਲੱਗ ਜੂ। ਠੀਕ ਹੈ ਜੀ, ਸੋ ਸਰ ਰਿਚਰਡ ਟੈਂਪਲ ਨੇ ਹਾਸ਼ਮ ਦੇ ਕਿਸ ਕਿੱਸੇ ਨੂੰ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ? ਕਿੱਸਾ ਸੱਸੀ ਪੁੰਨੂ ਨੂੰ। ਅਗਲਾ ਕੁਐਸਚਨ ਸਾਡਾ ਜੀ, ਹਾਸ਼ਮ ਨੂੰ ਕਿਸ ਨੇ ਸੂਫੀ ਕਵੀਆਂ ਵਿੱਚ ਸ਼ਾਮਿਲ ਕੀਤਾ? ਦੇਖੋ ਜੀ, ਜਿਹੜਾ ਹਾਸ਼ਮ ਆ ਉਹ ਕਿੱਸਾ ਕਾਵਿ ਧਾਰਾ ਦਾ ਕਵੀ ਆ। ਸਾਨੂੰ ਪਤਾ ਉਹਨੇ ਕਿੱਸੇ ਲਿਖੇ ਨੇ, ਇਸ ਕਰਕੇ ਉਹ ਕਿੱਸਾ ਕਾਵਿ ਧਾਰਾ ਦਾ ਕਵੀ ਆ। ਠੀਕ ਹੈ, ਇਹ ਕੁਐਸਚਨ ਵੀ ਬਣਦਾ। ਠੀਕ ਹੈ, ਪਰ ਹਾਸ਼ਮ ਨੂੰ ਕਿਸ ਨੇ ਸੂਫੀ ਕਵੀਆਂ ਵਿੱਚ ਸ਼ਾਮਿਲ ਕੀਤਾ? ਸੋ ਕਿਹੜੇ ਲੇਖਕ ਨੇ, ਕਿਹੜੇ ਰਾਈਟਰ ਨੇ ਜਿਨ੍ਹਾਂ ਨੇ ਕਿਹਾ ਵੀ ਜਿਹੜਾ ਹਾਸ਼ਮ ਆ ਸੂਫੀ ਕਵੀ ਵੀ ਆ? ਸੋ ਕਿਹਨਾਂ ਨੇ? ਡਾਕਟਰ ਲਾਜਵੰਤੀ ਨੇ। ਠੀਕ ਹੈ ਜੀ, ਅਗਲਾ ਕੁਐਸਚਨ ਸਾਡਾ 25ਵਾਂ, ਉਸ ਨੂੰ ਵੇਖ ਕੇ ਫਰਿਸ਼ਤੇ ਜੀਵਨ ਆਦਮ ਕੌਣ ਵਿਚਾਰੇ, ਪੰਛੀ ਵੇਖ ਡਿੱਗਣ ਅਸਮਾਨੋਂ ਆਸ਼ਕ ਹੋਵਣ ਸਾਰੇ।
ਸੋ ਉਪਰੋਕਤ 17 ਹਾਸ਼ਮ ਦੀ ਕਿਸ ਰਚਨਾ ਵਿੱਚੋਂ ਹਨ? ਹਾਂਜੀ, ਹੁਣ ਕਿਹੜੀ ਰਚਨਾ ਵਿੱਚੋਂ ਆ ਇਹਨਾਂ ਦੀਆਂ ਜਿਹੜੀਆਂ ਪੰਕਤੀਆਂ ਲਈਆਂ ਨੇ ਅਸੀਂ? ਸੋ ਕਿਹੜੀ ਰਚਨਾ ਵਿੱਚੋਂ ਆ? ਸ਼ੀਰੀ ਫਰਹਾਦ। ਸੋ ਸ਼ੀਰੀ ਫਰਹਾਦ ਦੇ ਵਿੱਚੋਂ ਇਹ ਰਚਨਾ ਲਈਆਂ ਗਈਆਂ ਨੇ। ਸੋ ਅਗਲਾ ਕੁਐਸਚਨ ਦੇਖਦੇ ਹਾਂ ਅਸੀਂ। ਸਾਡੇ ਮੈਨੂੰ ਲੱਗਦਾ ਵੀ ਅੱਜ ਦੇ ਸਾਰੇ ਕੁਐਸਚਨ ਨੇ ਵੈਰੀ ਇੰਪੋਰਟੈਂਟ ਨੇ। ਸੋ ਸਾਰਿਆਂ ਵੱਲ ਚੰਗੀ ਤਰ੍ਹਾਂ ਧਿਆਨ ਦਿਓ। ਸੋ ਇੱਕ ਵਾਰ ਦੇਖ ਕੇ ਦੁਬਾਰਾ ਫਿਰ ਦੇਖ ਲਓ ਤਾਂ ਕਿ ਚੰਗੀ ਤਰ੍ਹਾਂ ਤੁਹਾਨੂੰ ਯਾਦ ਹੋ ਜਾਣ। ਚਲੋ ਜੀ, ਅਗਲਾ ਬਸ ਇੱਕ ਦੋ ਕੁਐਸਚਨ ਹੋਰ ਹੋਣੇ ਆ। ਸੋ ਦੇਖਦੇ ਹਾਂ ਅਸੀਂ ਅੱਗੇ। ਗੁਲ ਤੇ ਖਾਰ ਪੈਦਾਇਸ਼ ਇਕਸੇ, ਇੱਕ ਬਾਗ ਚਮਨ ਦੇ ਦੋਵੇਂ, ਇੱਕ ਸ਼ਵ ਉਮਰ ਗੁਲਾਬੀ ਔੜਕ ਅਤੇ ਖਾਰ ਰਹੇ ਨਿਤ ਉਵੇਂ, ਥੋੜਾ ਰਹਿਣ ਕਬੂਲ ਪਿਆਰੇ ਪਰ ਤੂੰ ਖਾਰ ਨਾ ਹੋਵੇਂ, ਹਾਸ਼ਮ ਆਣ ਮਿਲੇ ਗਲ ਹੱਸ ਕੇ ਭਾਵੇਂ ਇੱਕ ਪਲ ਪਾਸ ਖਲੋਵੇ। ਸੋ ਉਪਰੋਕਤ ਕਾਵਿ 17 ਹਾਸ਼ਮ ਦੀ ਕਿਸ ਰਚਨਾ ਵਿੱਚੋਂ ਨੇ? ਦੋਹੜਿਆਂ ਵਿੱਚੋਂ। ਸੋ ਇਹ ਰਚਨਾ ਉਹਨਾਂ ਦੀ ਦੋਹੜਿਆਂ ਵਿੱਚੋਂ ਲਈ ਗਈ ਸੀ ਜੀ। ਅਗਲਾ ਚੱਲਦੇ ਹਾਂ ਜੀ। ਸੋ ਲੱਗਦਾ ਵੀ ਲਾਸਟ ਕੁਐਸਚਨ ਹੈ ਇਹ, 27ਵਾਂ ਕੁਐਸਚਨ ਸਾਡਾ ਲਾਸਟ ਕੁਐਸਚਨ ਆ। ਕੁਝ ਡਿੱਗਦੀ ਕੁਝ ਢਹਿੰਦੀ ਉੱਠਦੀ, ਬਹਿੰਦੀ ਤੇ ਦਮ ਲੈਂਦੀ, ਅੱਗੇ ਜਿਉਂ ਕਰ ਤੋਟ ਸ਼ਰਾਬੋਂ ਆਵੇ ਫਿਰ ਉੱਤੇ ਵੱਲ ਪੈਂਦੀ। ਠੀਕ ਹੈ, ਫਿਰ ਉੱਤੇ ਵੱਲ ਵਹਿੰਦੀ। ਸੋ ਜਿਹੜੀਆਂ ਇਹ 17 ਨੇ ਕਿਹਦੀਆਂ ਨੇ? ਸੋ ਗੈਸ ਕਰਿਓ ਜੇ ਤੁਹਾਨੂੰ ਯਾਦ ਨੇ। ਅਗਲੀ का सतर पढ़ते हैं। ਢੂੰਡੇ ਖੋਜ ਸਤਰ ਦਾ ਕਿਤਵਲ ਹਰਗਿਜ਼ ਭਾਲ ਨਾ ਪੈਂਦੀ, ਹਾਸ਼ਮ ਜਗਤ ਨਾ ਕਿਉਂ ਕਰ ਗਾਵੇ ਪ੍ਰੀਤ ਸੰਪੂਰਨ ਜੈਂਦੀ। ਸੋ ਤੁਹਾਨੂੰ ਲੱਗ ਰਿਹਾ ਹੋਣਾ ਵੀ ਕਿਹਦੇ ਵਿੱਚੋਂ ਨੇ ਇਹ ਪ੍ਰੀਤ ਦੀ ਗੱਲ ਕੀਤੀ ਗਈ ਆ, ਤਾਂ ਕਿਹਦੇ ਵਿੱਚੋਂ? ਸੱਸੀ ਪੁੰਨੂ। ਪਰ ਪ੍ਰੀਤ ਦੀ ਗੱਲ ਸ਼ੀਰੀ ਫਰਹਾਦ ਵਿੱਚ ਵੀ ਆ, ਠੀਕ ਹੈ, ਸੋਹਣੀ ਮਹੀਵਾਲ ਵਿੱਚ ਵੀ ਆ। ਸੋ ਇਹ 17 ਹੁਣ ਕਿਹਦੀਆਂ ਹੋ ਸਕਦੀਆਂ ਨੇ? ਦੇਖਦੇ ਹਾਂ ਜੀ ਅਸੀਂ। ਉਪਰੋਕਤ ਕਾਵਿ 17 ਹਾਸ਼ਮ ਦੀ ਕਿਸ ਕਾਵਿ ਕਲਾ ਵਿੱਚੋਂ ਹਨ? ਸੋ ਕਿਹੜੀ ਕਾਵਿ ਕਲਾ ਵਿੱਚੋਂ ਨੇ? ਕਿੱਸਾ ਸੱਸੀ ਪੁੰਨੂ ਵਿੱਚੋਂ। ਸੋ ਹਾਸ਼ਮ ਨੇ ਬਹੁਤ ਸਾਰਾ ਲਿਖਿਆ, ਬਹੁਤ ਕੁਛ ਲਿਖਿਆ, ਬਹੁਤ ਰਚਨਾਵਾਂ ਕੀਤੀਆਂ ਨੇ, ਪਰ ਉਹਨਾਂ ਦੀ ਸਾਰੀਆਂ ਰਚਨਾਵਾਂ ਵਿੱਚੋਂ ਉਹਨਾਂ ਜਿਹੜਾ ਕਿੱਸਾ ਵਾ ਸੱਸੀ ਪੁੰਨੂ ਅਤੇ ਉਹਨਾਂ ਦੇ ਜਿਹੜੇ ਦੋਹੜੇ ਨੇ ਉਹ ਬਹੁਤ ਜ਼ਿਆਦਾ ਫੇਮਸ ਹੋਏ ਨੇ। ਸੋ ਇਹ ਯਾਦ ਰੱਖਿਓ ਜੀ। ਸੋ ਆਈ ਸੀ ਸਾਡਾ ਅੱਜ ਦਾ ਮੌਕ ਟੈਸਟ। ਸੋ ਕਿਸ ਤਰ੍ਹਾਂ ਦਾ ਲੱਗਿਆ ਸਾਨੂੰ ਕਮੈਂਟ ਜ਼ਰੂਰ ਕਰਿਓ, ਆਪਣੇ ਵਿਚਾਰ ਜ਼ਰੂਰ ਦੇਵੇ। ਜੇ ਕੋਈ ਕਮੀ ਰਹਿੰਦੀ ਉਹ ਵੀ ਦੱਸਿਓ ਤਾਂ ਕਿ ਉਹ ਕਮੀ ਵੀ ਪੂਰੀ ਕੀਤੀ ਜਾਵੇ। ਸੋ ਇੱਕ ਵਾਰ ਫਿਰ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਸੋ ਪਲੀਜ਼ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਜੋ ਹਰ ਇਨਫੋਰਮੇਸ਼ਨ ਉਹਨਾਂ ਤੱਕ ਪਹੁੰਚਦੀ ਰਹੇ। ਸੋ ਠੀਕ ਆ ਜੀ, ਅੱਜ ਦਾ ਮੌਕ ਟੈਸਟ ਇੱਥੇ ਹੀ ਖਤਮ ਕਰਦੇ ਹਾਂ। ਸੋ ਇਜਾਜ਼ਤ ਦਿਓ, ਧੰਨਵਾਦ ਜੀ।